ਕਦੀ-ਕਦੀ ਇਨਸਾਨ ਆਪਣੀਆਂ ਹੀ ਚਾਲਾਕੀਆਂ ਦੇ ਵਿੱਚ ਤੇ ਆਪਣੀਆਂ ਹੀ ਚਾਲਬਾਜ਼ੀਆਂ ਦੇ ਵਿੱਚ ਖੁਦ ਫਸ ਜਾਂਦਾ ਹੈ। ਅਸਲਾਮ ਅਲੈਕੁਮ ਦੋਸਤੋ, ਸੱਜਣੋ, ਬੇਲੀਓ, ਮੈਂ ਤੁਹਾਡਾ ਮੇਜ਼ਬਾਨ ਅਮਾਨਤ ਅਲੀ। ਅੱਜ ਦੀ ਕਹਾਣੀ ਹੈ ਚਾਲਾਕੀਆਂ। ਆਓ ਸ਼ੁਰੂ ਕਰਨੇ ਹਾਂ। ਕਾਜ਼ੀ ਦੀ ਅਦਾਲਤ ਦੇ ਵਿੱਚ ਦੋ ਬੀਬੀਆਂ ਚਲੀਆਂ ਗਈਆਂ। ਇੱਕ ਬੀਬੀ ਦੀ ਉਮਰ ਕੁਝ ਜ਼ਿਆਦਾ ਸੀ ਤੇ ਇੱਕ ਬੀਬੀ ਦੀ ਉਮਰ ਥੋੜ੍ਹੀ ਸੀ। ਤੇ ਜਾ ਕੇ ਕਾਜ਼ੀ ਨੂੰ ਆਨੇ ਕਿ ਸਾਡਾ ਫੈਸਲਾ ਕਰ ਦਿਓ। ਕਾਜ਼ੀ ਆਂਦਾ ਕਿ ਮੈਨੂੰ ਆਪਦਾ ਮੁਕੱਦਮਾ ਦੱਸੋ ਤੇ ਮੈਂ ਫੈਸਲਾ ਕਰਾਂਗਾ। ਜਿਹੜੀ ਵੱਡੀ ਉਮਰ ਦੀ ਔਰਤ ਸੀ ਉਹ ਕਹਿੰਦੀ ਕਿ ਛੋਟੀ ਨੂੰ ਕਿ ਤੂੰ ਦੱਸ। ਕਿ ਛੋਟੀ ਉਮਰ ਦੀ ਜਿਹੜੀ ਔਰਤ ਸੀ ਉਹ ਦੱਸਣ ਲੱਗ ਪਈ ਕਿ ਕਾਜ਼ੀ ਸਾਹਿਬ, ਮੈਂ ਬਚਪਨ ਦੇ ਵਿੱਚ ਯਤੀਮ ਹੋ ਗਈ ਸਾਂ ਦੀ, ਮਾਂ ਬਾਪ ਫੌਤ ਹੋ ਗਏ ਤੇ ਮੈਨੂੰ ਮੇਰੀ ਫੁੱਫੀ ਨੇ ਪਾਲਿਆ, ਯਾਨੀ ਇਸ ਨੇ ਪਾਲਿਆ ਸਾਂਭਿਆ, ਤੇ ਮੇਰੀ ਸ਼ਾਦੀ ਮੇਰੇ ਚਾਚੇ ਦੇ ਲੜਕੇ ਦੇ ਨਾਲ ਕਰ ਦਿੱਤੀ। ਤੇ ਮੈਂ ਆਪਣੇ ਘਰ ਬਹੁਤ ਖੁਸ਼ ਸਾਂ ਦੀ। ਕੁਛ ਅਰਸਾ ਗੁਜ਼ਰਿਆ ਤੇ ਇਹ ਮੇਰੇ ਕੋਲ ਮਿਲਣ ਵਾਸਤੇ ਗਈ। ਮੇਰੇ ਸ਼ੌਹਰ ਦੇ ਕੰਨ ਭਰੇ ਕਿ ਮੇਰੀ ਬੇਟੀ ਬੜੀ ਖੂਬਸੂਰਤ ਹੈ, ਜਵਾਨ ਹੋ ਗਈ ਹੈ, ਤੂੰ ਉਸ ਦੇ ਨਾਲ ਸ਼ਾਦੀ ਕਰ ਲੈ, ਤੇਰੀ ਵੀ ਜਾਇਦਾਦ ਹੈ, ਇਕੱਲੀ ਜਾਇਦਾਦ ਦੀ ਵਾਰਸ ਹੈ ਤੇ ਤੂੰ ਉਸ ਦੇ ਨਾਲ ਸ਼ਾਦੀ ਕਰ। ਤੇ ਮੇਰਾ ਬੰਦਾ ਇਹਦੀਆਂ ਗੱਲਾਂ ਵਿੱਚ ਆ ਗਿਆ, ਉਹਨੇ ਮੈਨੂੰ ਤਲਾਕ ਦੇ ਦਿੱਤਾ, ਇਸ ਦੀ ਬੇਟੀ ਨਾਲ ਸ਼ਾਦੀ ਕਰ। ਤੇ ਮੈਂ ਫਿਰ ਇਸ ਦੇ ਕੋਲ ਯਾਨੀ ਆਪਦੀ ਇਸ ਫੁੱਫੜ ਦੇ ਘਰ ਫਿਰ ਚਲੀ ਗਈ। ਕੁਛ ਅਰਸਾ ਗੁਜ਼ਰਿਆ ਤੇ ਇਹਦਾ ਸ਼ੌਹਰ ਬਾਹਰ ਦੇ ਮੁਲਕ ਗਿਆ ਸੀ ਤੇ ਉਹ ਵਾਪਸ ਆਇਆ ਤੇ ਉਹਨੇ ਚੱਕਰ ਨੂੰ ਮੇਰੀ ਵੀ ਇੱਜ਼ਤ ਪੂਰੀ ਹੋ ਗਈ ਤੇ ਮੈਂ ਉਹਨੂੰ ਪਸੰਦ ਕਰਨ ਲੱਗ ਪਈ ਤੇ ਉਹ ਮੈਨੂੰ ਪਸੰਦ ਕਰਨ ਲੱਗ ਪਿਆ। ਤੇ ਮੈਂ ਉਹਨੂੰ ਕਿਹਾ ਕਿ ਤੂੰ ਇਸ ਨੂੰ ਤਲਾਕ ਦੇ ਦੇ, ਮੈਂ ਤੇਰੇ ਨਾਲ ਸ਼ਾਦੀ ਕਰ। ਉਹਨੇ ਇਸ ਨੂੰ ਤਲਾਕ ਦੇ ਦਿੱਤੀ ਤੇ ਮੇਰੇ ਨਾਲ ਉਹਨੇ ਸ਼ਾਦੀ ਕਰ ਲਈ। ਕੁਦਰਤ ਖੁਦਾ ਦੀ ਕੁਛ ਅਰਸਾ ਗੁਜ਼ਰਿਆ ਤੇ ਮੇਰਾ ਬੰਦਾ ਉਹ ਫੌਤ ਹੋ ਗਿਆ ਤੇ ਇਸ ਨੇ ਰੌਲਾ ਪਾ ਦਿੱਤਾ ਕਿ ਜਾਇਦਾਦ ਵੰਡ ਲਈਏ। ਤੇ ਜਾਇਦਾਦ ਕਾਹਦੀ ਵੰਡਣੀ ਸੀ? ਮੈਂ ਇਹਨੂੰ ਆਖਿਆ ਕਿ ਜਾਇਦਾਦ ਦੀ ਵਾਰਸ ਮੈਂ ਆ। ਇਹ ਗਈ ਆਪਣੇ ਜਵਾਈ ਦੇ ਕੋਲ ਯਾਨੀ ਮੇਰੇ ਪਹਿਲੇ ਸ਼ੌਹਰ ਦੇ ਕੋਲ ਤੇ ਜਾ ਕੇ ਉਹਨੂੰ ਆਂਦੀ ਕਿ ਸਾਡਾ ਫੈਸਲਾ ਕਰ ਦੇ ਸਾਡੀ ਜਾਇਦਾਦ ਦਾ। ਉਹ ਜਦੋਂ ਆਇਆ ਸਾਡੇ ਘਰ ਤੇ ਸਾਡੀ ਪਹਿਲੀ ਮੁਹੱਬਤ ਜਾਗ ਪਈ। ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਸ਼ਾਦੀ ਕਰ ਲੈ, ਇਹ ਵੀ ਜਾਇਦਾਦ ਤੇਰੀ ਤੇ ਤੇਰੀ ਵੀ ਤੇਰੀ ਜਾਇਦਾਦ। ਉਹਨੇ ਉਸ ਲੜਕੀ ਨੂੰ ਤਲਾਕ ਦੇ ਦਿੱਤਾ ਤੇ ਮੇਰੇ ਨਾਲ ਸ਼ਾਦੀ ਕਰ ਲਈ। ਕਾਜ਼ੀ ਕਹਿੰਦਾ ਕਿ ਫੈਸਲਾ ਹੁਣ ਕਿਸ ਗੱਲ ਦਾ ਕਰਨਾ ਹੈ? ਉਹ ਬੀਬੀ ਨੂੰ ਆਂਦਾ ਕਿ ਤਲਾਕ ਵੀ ਹੋਈ, ਇੱਜ਼ਤ ਵੀ ਪੂਰੀ ਹੋਈ, ਹਲਾਲਾ ਵੀ ਹੋਇਆ, ਤੇ ਹੁਣ ਫੈਸਲਾ ਕਿਸ ਗੱਲ ਦਾ ਕਰਨਾ ਹੈ? ਕਿ ਤੇਰੀਆਂ ਆਪਦੀਆਂ ਕੀਤੀਆਂ ਨੇ, ਤੇਰੀਆਂ ਚਲਾਕੀਆਂ ਨੇ ਤੈਨੂੰ